ਸਾਰਾ ਹੀ ਜਿਹੜਾ ਹੈਗਾ ਪੱਤਰਕਾਰ ਸਾਥੀਆਂ ਦਾ, ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਤੋਂ ਨੇ, ਪ੍ਰਿੰਟ ਮੀਡੀਆ ਤੋਂ ਨੇ ਜਾਂ ਸੋਸ਼ਲ ਪਲੇਟਫਾਰਮ ਤੋਂ ਨੇ, ਤੁਹਾਨੂੰ ਜੀ ਆਇਆਂ ਕਹਿੰਦਾ ਵਾਂ। ਮੇਰੇ ਨਾਲ ਸਾਡੇ ਮਾਲਵਿੰਦਰ ਕੰਗ ਜੀ ਜੋ ਨੈਸ਼ਨਲ ਸਪੋਕਸਪਰਸਨ ਨੇ, ਤੇ ਨਾਲ ਡਾਕਟਰ ਸੰਨੀ ਆਲੂਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਤੇ ਸਪੋਕਸਪਰਸਨ ਵੀ ਨੇ। ਅੱਜ ਇੱਕ ਬੜਾ ਇਤਿਹਾਸਕ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆ, ਜਿਹੜਾ ਅਸੀਂ ਸਮਝਦੇ ਹਾਂ ਕਿ ਬਹੁਤ ਸਾਲ ਪਹਿਲਾਂ ਲੈ ਲੈਣਾ ਚਾਹੀਦਾ ਸੀ, ਜਿਸ ਫੈਸਲੇ ਦਾ ਅਸਰ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਪੰਜਾਬ ਦੇ ਪੇਂਡੂ ਖੇਤਰ ਦੇ ਵਿੱਚ ਦੇਖੋਗੇ। ਔਰ ਪਿਛਲੇ ਸਮੇਂ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਨੇ, ਭਾਵੇਂ ਉਹ ਬਾਦਲ ਸਾਹਿਬ ਦੀ ਸਰਕਾਰ ਸੀ ਤੇ ਭਾਵੇਂ ਕਾਂਗਰਸ ਦੀ ਸਰਕਾਰ ਸੀ, ਆਪਣੀਆਂ ਨਲਾਇਕੀਆਂ ਦੇ ਕਾਰਨ ਪੰਜਾਬ ਨੂੰ ਬਹੁਤ ਪਿੱਛੇ ਲੈ ਕੇ ਚਲੇ ਗਏ ਔਰ ਕਈ ਵਾਰ ਆਪਣੇ ਵਾਅਦਿਆਂ ਦੀ ਪੂਰਤੀ ਵਾਸਤੇ, ਆਪਣੇ ਨਿੱਜੀ ਰਾਜਨੀਤਿਕ ਸਵਾਰਥਾਂ ਦੀ ਪੂਰਤੀ ਵਾਸਤੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਇੱਧਰ ਉੱਧਰ ਵਰਤਿਆ ਗਿਆ, ਜਿਸ ਦਾ ਨੁਕਸਾਨ ਜਿਹੜਾ ਹੈਗਾ ਓਵਰਆਲ ਪੰਜਾਬ ਨੂੰ ਤੇ ਪੰਜਾਬ ਦੇ ਵਾਸੀਆਂ ਨੂੰ ਹੋਇਆ। ਤੇ ਜਿਹੜੀ ਪ੍ਰੈਸ ਕਾਨਫਰੰਸ ਵਾਸਤੇ ਮੈਂ ਬੇਨਤੀ ਕਰੂੰਗਾ ਸਾਡੇ ਨੈਸ਼ਨਲ ਸਪੋਕਸਪਰਸਨ ਮਾਲਵਿੰਦਰ ਕੰਗ ਜੀ ਨੂੰ, ਉਹ ਅੱਜ ਦੇ ਇਸ ਮੁੱਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ। ਧੰਨਵਾਦ ਨੀਲ ਜੀ। ਦੋ ਤਿੰਨ ਬੜੇ ਹੀ ਜ਼ਰੂਰੀ ਇਸ਼ੂਜ਼ ਜਿਹੜੇ ਆ ਗਵਰਨੈਂਸ ਨੂੰ ਲੈ ਕੇ, ਔਰ ਖਾਸ ਕਰ ਜਿਸ ਤਰ੍ਹਾਂ ਨੀਲ ਜੀ ਨੇ ਦੱਸਿਆ ਆ ਪੇਂਡੂ ਖੇਤਰ ਦੇ ਸੁਧਾਰ ਨੂੰ ਲੈ ਕੇ ਅੱਜ ਮਾਨ ਸਾਹਿਬ ਦੀ ਸਰਕਾਰ ਨੇ ਫੈਸਲੇ ਆਪਣੇ ਕੈਬਨਿਟ 'ਚ ਲਏ ਆ। ਇੱਕ ਤੇ ਤੁਸੀਂ ਸਾਰੇ ਜਾਣਦੇ ਹੋ ਜਿਸ ਤਰੀਕੇ ਨਾਲ ਸਾਡਾ ਰੂਰਲ ਡਿਵੈਲਪਮੈਂਟ ਫੰਡ ਪਿਛਲੇ ਸਾਲਾਂ 'ਚ ਰੁਕਦਾ ਰਿਹਾ ਔਰ ਇਸ ਟਾਈਮ ਵੀ ਮੌਜੂਦਾ ਟਾਈਮ 'ਚ ਵੀ 1100 ਕਰੋੜ ਤੋਂ ਵੱਧ ਜਿਹੜਾ ਹੈ ਰੂਰਲ ਡਿਵੈਲਪਮੈਂਟ ਫੰਡ ਟੈਕਨੀਕਲਿਟੀਜ਼ ਕਰਕੇ ਜਾਂ ਪਿਛਲੀਆਂ ਸਰਕਾਰਾਂ ਨੇ ਜਿਹੜਾ ਜਿਸ ਮਕਸਦ ਲਈ ਸੈਂਟਰ ਤੋਂ ਫੰਡ ਆਇਆ ਸੀ ਉਹਨੂੰ ਡਾਇਵਰਟ ਕਰਕੇ ਤੇ ਵਰਤਿਆ ਕਿਤੇ ਹੋਰ ਹੈ। ਇਹ ਚੀਜ਼ਾਂ ਇਹੋ ਜਿਹੀਆਂ ਗਲਤੀਆਂ ਭਵਿੱਖ 'ਚ ਨਾ ਹੋਣ। ਪੰਜਾਬ ਨੂੰ ਅੱਜ ਪੈਸੇ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਲੋੜ ਹੈ, ਤੇ ਪੰਜਾਬ ਦੀ ਮਾਨ ਸਾਹਿਬ ਦੀ ਸਰਕਾਰ ਨੇ ਪੰਜਾਬ ਰੂਰਲ ਡਿਵੈਲਪਮੈਂਟ ਐਕਟ ਜਿਹੜਾ 1987 ਹੈ ਉਹਦੇ 'ਚ ਇੱਕ ਅਮੈਂਡਮੈਂਟ ਕੀਤੀ ਹੈ ਔਰ ਇਨਸ਼ੋਰ ਕੀਤਾ ਹੈ ਸੈਂਟਰ ਦੀ ਸਰਕਾਰ ਨੂੰ ਵੀ ਕਿ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ, ਜਿਹੜਾ ਬੇਸਿਕ ਪਰਪਸ ਪੇਂਡੂ ਖੇਤਰਾਂ ਨੂੰ ਉਹਨਾਂ ਦਾ ਇਨਫਰਾਸਟ੍ਰਕਚਰ, ਸੜਕ ਨੈਟਵਰਕ ਤੇ ਬਾਕੀ ਚੀਜ਼ਾਂ ਨੂੰ ਇੰਪਰੂਵ ਕਿਸ ਤਰ੍ਹਾਂ ਕਰਨਾ ਹੈ, ਉਹਦੇ ਤੇ ਖਰਚ ਹੋਣਾ ਚਾਹੀਦਾ ਹੈ ਔਰ ਹੋਊਗਾ। ਉਹਦੇ ਲਈ ਪੇਂਡੂ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਆ ਉਹਦੇ ਤੇ 1987 ਚ ਅਮੈਂਡਮੈਂਟ ਕੀਤੀ ਇੱਕ ਤੇ ਪੰਜਾਬ ਦੀ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ। ਦੂਸਰਾ ਜਿਹੜਾ ਕਿ ਅਸੀਂ ਵਾਰ-ਵਾਰ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ ਅਸਵਸਥ ਕੀਤਾ ਕਿ ਰੋਜ਼ਗਾਰ ਜਿਹੜਾ ਆ ਬੜਾ ਇੰਪੋਰਟੈਂਟ ਇਸ਼ੂ ਹੈ ਨੌਜਵਾਨਾਂ ਲਈ, ਖਾਸ ਕਰ ਕਿ ਟਿਫਨ ਫੜਾਉਣੇ ਆ, ਟੀਕੇ ਨੌਜਵਾਨਾਂ ਦੇ ਹੱਥਾਂ ਚੋਂ ਖੋ ਕੇ ਟਿਫਨ ਫੜਾਉਣੇ ਆ। ਉਸ ਦਿਸ਼ਾ 'ਚ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਹੋਰ ਫੈਸਲਾ ਲਿਆ ਆ ਜਿਹੜਾ ਸਾਡਾ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਹੈ, ਉਹਦੇ 'ਚ 145 ਜਿਹੜੀਆਂ ਵੈਕੈਂਸੀਜ਼ ਜਿਹੜੀਆਂ ਉਹ ਭਰਨ ਜਾ ਰਹੀ ਹੈ ਮਾਨ ਸਾਹਿਬ ਦੀ ਸਰਕਾਰ। ਇਹ ਵੀ ਇੱਕ ਪੰਜਾਬ ਦੀ ਕੈਬਨਿਟ ਨੇ ਔਰ ਮਾਨ ਸਾਹਿਬ ਦੀ ਸਰਕਾਰ ਨੇ ਅਹਿਮ ਫੈਸਲਾ ਲਿਆ। ਇਹਦੇ ਨਾਲ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਾਡਰਨ ਟੈਕਨੋਲੋਜੀ ਨਾਲ ਜੋੜਨ ਵਾਸਤੇ, ਆਧੁਨਿਕ ਟੈਕਨੀਕ ਨਾਲ ਜੋੜਨ ਵਾਸਤੇ ਕਿਸ ਤਰੀਕੇ ਨਾਲ, ਕਿਉਂਕਿ ਟੈਕਨੋਲੋਜੀ ਦਾ ਜ਼ਮਾਨਾ ਹੈ ਔਰ ਇਹਦੇ 'ਚ ਇੱਕ ਸੈਂਟਰ ਦੀ ਬੜੀ ਵੱਡੀ ਸਕੀਮ ਸੀ ਨੈਸ਼ਨਲ ਆਪਟੀਕਲ ਫਾਈਬਰ ਨੈਟਵਰਕ। ਇਹ ਡਾਕਟਰ ਮਨਮੋਹਨ ਸਿੰਘ ਉਹਨਾਂ ਦੇ ਟਾਈਮ ਲਾਂਚ ਕੀਤੀ ਗਈ ਸੀ, ਲੇਕਿਨ ਪਿਛਲੀਆਂ ਸਰਕਾਰਾਂ ਨੇ ਇਹਦੇ ਵੱਲ ਵੀ ਧਿਆਨ ਨਹੀਂ ਦਿੱਤਾ ਤੇ ਮਾਨ ਸਾਹਿਬ ਦੀ ਸਰਕਾਰ ਨੇ ਅੱਜ ਆਪਣੀ ਕੈਬਨਿਟ 'ਚ ਜਿਹੜਾ ਨੈਸ਼ਨਲ ਆਪਟੀਕਲ ਫਾਈਬਰ ਨੈਟਵਰਕ ਹੈ ਉਹਦੇ ਰਾਹੀਂ ਪੰਜਾਬ ਦੀਆਂ ਪੰਚਾਇਤਾਂ 'ਚ ਨੈਟਵਰਕ ਨੂੰ ਕਿਸ ਤਰ੍ਹਾਂ ਇੰਪਰੂਵ ਕਰਨਾ, ਕਿਸ ਤਰ੍ਹਾਂ ਪੰਚਾਇਤਾਂ ਨੂੰ ਜੋੜਨਾ ਹੈ, ਉਹ ਸੈਂਟਰ ਦੀ ਸਰਕਾਰ ਨਾਲ MOU ਕਰਨ ਜਾ ਰਹੀ ਹੈ ਤਾਂ ਕਿ ਨੈਸ਼ਨਲ ਆਪਟੀਕਲ ਫਾਈਬਰ ਦੇ ਰਾਹੀਂ ਵਧੀਆ ਟੈਕਨੋਲੋਜੀ ਨਾਲ ਪੰਚਾਇਤਾਂ ਨੂੰ ਜੋੜਿਆ ਜਾਵੇ। ਸੋ ਇਹ ਬੜਾ ਇੰਪੋਰਟੈਂਟ ਪਾਰਟ ਹੈ। ਇਹਦੇ ਨਾਲ ਤੁਸੀਂ ਸਾਰੇ ਪਿਛਲੇ ਦਿਨਾਂ 'ਚ ਦੇਖ ਰਹੇ ਹੋ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਔਰ ਕਣਕ ਦੇ ਸੀਜ਼ਨ ਦੇ ਦੌਰਾਨ ਪਿਛਲੇ ਦਿਨਾਂ ਜਿਸ ਤਰ੍ਹਾਂ ਗਰਮੀ ਇੱਕਦਮ ਬਹੁਤ ਵਧੀਆ ਤੇ ਜਿਹੜਾ ਕਣਕ ਦਾ ਦਾਣਾ ਹੈ
ਉਹ ਕਿਤੇ ਨਾ ਕਿਤੇ ਪਤਲਾ ਹੋਇਆ। ਔਰ ਇਹ ਕਿਸਾਨ ਦੀ ਗਲਤੀ ਨਹੀਂ ਹੈ, ਇਹ ਨੈਚੁਰਲ ਪ੍ਰਕੋਪ ਕਹਿ ਲਓ। ਔਰ ਇਹਦੇ ਕਰਕੇ ਪੰਜਾਬ ਦੀਆਂ ਜਿਹੜੀਆਂ ਖਰੀਦ ਏਜੰਸੀਆਂ ਸੀ, ਪ੍ਰੋਕਿਉਰਮੈਂਟ ਏਜੰਸੀਆਂ ਸੀ, ਉਹਨਾਂ ਨੇ ਪਿੱਛੇ ਜੇ ਇੱਕ ਕਾਲ ਵੀ ਦਿੱਤੀ ਆ, ਅੱਜ ਤੋਂ ਮਤਲਬ ਵੀ ਬੰਦ ਰੱਖਾਂਗੇ, ਅਸੀਂ ਪ੍ਰੋਕਿਉਰਮੈਂਟ ਕਰ ਨਹੀਂ ਸਕਦੇ, ਕਿਉਂਕਿ ਸੈਂਟਰ ਸਰਕਾਰ ਇਹ ਤੇ ਕਈ ਤਰ੍ਹਾਂ ਦੇ ਆਬਜੈਕਸ਼ਨ ਲਾ ਸਕਦੀ ਹੈ। ਹਾਲਾਂਕਿ ਕਣਕ ਦਾ ਦਾਣਾ ਪਤਲਾ ਹੋਣਾ ਜਾਂ ਹੋਰ ਕੋਈ ਕਮੀ ਹੋਣਾ, ਇਹ ਤੇ ਇੱਕ ਪ੍ਰਕਿਰਤੀ ਕਰਕੇ ਹੋਇਆ, ਕਿਸਾਨ ਦਾ ਕੋਈ ਜਿਹੜਾ ਇਹਦੇ ਚ ਦੋਸ਼ ਨਹੀਂ ਆ। ਤੇ ਔਰ ਮਾਨ ਸਾਹਿਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਇਨਸ਼ੋਰ ਕੀਤਾ ਹੈ ਵੀ ਇੱਕ ਇੱਕ ਦਾਣਾ ਜਿਹੜਾ ਆ ਪੰਜਾਬ ਦੇ ਹਰੇਕ ਕਿਸਾਨ ਦੀ ਖੇਤ ਦਾ, ਕਣਕ ਦਾ ਪੰਜਾਬ ਸਰਕਾਰ ਪ੍ਰੋਕਿਉਰ ਕਰੂਗੀ, ਚੱਕੂਗੀ ਔਰ ਸਮੇਂ ਸਿਰ ਉਹਨੂੰ ਪੇਮੈਂਟ ਦਊਗੀ। ਔਰ ਮਾਨ ਸਾਹਿਬ ਦੀ ਸਰਕਾਰ ਨੇ ਮੋਦੀ ਸਾਹਿਬ ਨੂੰ ਪਿਛਲੇ ਦਿਨ 'ਚ ਇੱਕ ਚਿੱਠੀ ਲਿਖੀ ਔਰ ਅੱਜ ਸੈਂਟਰ ਵੱਲੋਂ ਇੱਕ 5 ਟੀਮਾਂ ਕਣਕ ਦੀ ਪ੍ਰੋਕਿਉਰਮੈਂਟ ਨੂੰ ਲੈ ਕੇ ਜਿਹੜੀ ਉਹਦੀ ਕੁਆਲਿਟੀ ਆ ਉਹਨੂੰ ਉਸ ਕਿਸ ਤਰੀਕੇ ਨਾਲ ਫਲੈਕਸੀਬਲ ਕੀਤਾ ਜਾਵੇ ਤਾਂ ਕਿ ਕਿਸਾਨ ਨੂੰ ਕੋਈ ਪਰੇਸ਼ਾਨੀ ਨਾ ਆਵੇ ਤੇ ਪ੍ਰੋਕਿਉਰਮੈਂਟ ਲਗਾਤਾਰ ਜਾਰੀ ਰਹੇ। ਔਰ ਉਹਦੇ ਵਾਸਤੇ 15 ਜ਼ਿਲ੍ਹਿਆਂ 'ਚ ਇਨਸਪੈਕਸ਼ਨ ਕਰ ਰਹੀ ਹੈ ਅੱਜ ਮੋਦੀ ਸਾਹਿਬ ਦੀ ਸਰਕਾਰ ਦੀ ਟੀਮ। ਔਰ ਅਗਲੇ 2 ਦਿਨਾਂ 'ਚ ਜਿਹੜੀ ਆ ਇਹਦੇ ਤੇ ਵੀ ਇੱਕ ਵੱਡਾ ਫੈਸਲਾ ਹੋ ਜਾਣਾ ਆ। ਔਰ ਪ੍ਰੋਕਿਉਰਮੈਂਟ ਜਿਹੜੀ ਆ ਉਹ ਲਗਾਤਾਰ ਪੰਜਾਬ ਦੇ ਇੱਕ ਇੱਕ ਦਾਣੇ ਨੂੰ ਜਿਹੜਾ ਚੁੱਕਣ ਦਾ ਵਾਅਦਾ ਮਾਨ ਸਾਹਿਬ ਦੀ ਸਰਕਾਰ, ਇਹ ਵੀ ਮਸਲਾ ਸੌਰਟ ਆਊਟ ਪੰਜਾਬ ਦੀ ਸਰਕਾਰ ਨੇ ਕਰ ਲਿਆ। ਔਰ ਇਹ ਬੜਾ ਜ਼ਰੂਰੀ ਵੀ ਆ ਕਿਉਂਕਿ ਜਿਹੜੀ ਸਾਡੀ ਕ੍ਰੈਡਿਟ ਲਿਮਿਟ ਹੈ ਉਹ ਆਲਰੇਡੀ ਸਾਡੇ ਕੋਲ ਆ ਚੁੱਕੀ ਸੀ। ਉਹ ਸਾਡੇ ਕੋਲ ਸੈਂਟਰ ਨੇ ਪਹਿਲਾਂ ਹੀ ਟ੍ਰਾਂਸਫਰ ਕਰਤੀ ਸੀ, ਲੇਕਿਨ ਇਹ ਟੈਕਨੀਕਲੀ ਪ੍ਰੋਬਲਮ ਹੋਣ ਕਰਕੇ ਇੱਕ ਅੱਧਾ ਦਿਨ ਰੁਕੀ ਆ। ਲੇਕਿਨ ਇਹਦੇ 'ਚ ਪੰਜਾਬ ਦੇ ਕਿਸਾਨਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ, ਕਿਸੇ ਤਰ੍ਹਾਂ ਦੀ ਕਿਸੇ ਫਿਕਰਮੰਦ ਹੋਣ ਦੀ ਲੋੜ ਨਹੀਂ। ਇੱਕ ਇੱਕ ਦਾਣਾ ਪੰਜਾਬ ਦੇ ਇੱਕ ਇੱਕ ਕਿਸਾਨ ਦਾ ਪੰਜਾਬ ਸਰਕਾਰ ਦਾ ਚੁੱਕਣ ਦਾ ਫਰਜ਼ ਹੈ। ਔਰ ਮਾਨਯੋਗ ਮੰਤਰੀ ਸਾਹਿਬ ਦਾ ਵੀ ਇਸ ਤੇ ਬਿਆਨ ਆ ਗਿਆ ਹੈ। ਤਾਂ ਇਹ ਵੀ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਬਹੁਤ ਵਧੀਆ ਅਹਿਮ ਫੈਸਲਾ ਲਿਆ ਹੈ। ਦੂਸਰੀ ਗੱਲ ਮੈਂ ਉਹੀ ਫਿਰ ਇੱਕ ਜ਼ਰੂਰ ਦੱਸਣਾ ਚਾਹੂੰਗਾ, ਜਿਹੜੀ ਰੋਜ਼ਗਾਰ ਨੂੰ ਲੈ ਕੇ ਇਹ ਸਰਕਾਰ ਦਾ ਪ੍ਰਾਇੋਰਟੀ ਵਾਲਾ ਵਾਅਦਾ ਸੀ। 145 ਵੈਕੈਂਸੀਜ਼ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਨੇ ਕੱਢਤੀਆਂ। ਜਿਹੜਾ ਨੈਸ਼ਨਲ ਆਪਟੀਕਲ ਫਾਈਬਰ ਨੈਟਵਰਕ ਨਾਲ ਜੋੜਨ ਦਾ MOU ਸਾਈਨ ਕਰ ਰਹੀ ਹੈ ਤਾਂ ਕਿ ਪੰਚਾਇਤਾਂ ਨੂੰ ਨੈਟਵਰਕ ਨਾਲ ਜੋੜਿਆ ਜਾਵੇ। ਕਣਕ ਦਾ ਇੱਕ ਇੱਕ ਦਾਣਾ ਚੱਕਣ 'ਚ ਜਿਹੜੀ ਟੈਕਨੀਕਲ ਪ੍ਰੋਬਲਮ ਆ ਰਹੀ ਸੀ ਉਹ ਅੱਜ ਹੱਲ ਹੋ ਗਈ ਆ ਔਰ ਪੰਜਾਬ ਦੀ ਪੂਰੀ ਕਣਕ ਜਿਹੜੀ ਆ ਪ੍ਰੋਕਿਉਰ ਕੀਤੀ ਜਾਊਗੀ। ਸਾਰੀਆਂ ਏਜੰਸੀਜ਼ ਨਾਲ ਬੈਠ ਕੇ ਗੱਲਬਾਤ ਹੋ ਗਈ ਆ ਪੰਜਾਬ ਦੀਆਂ। ਇਹਦੇ ਨਾਲ RDF ਨੂੰ ਲੈ ਕੇ ਔਰ ਬਹੁਤ ਸਾਰੀ ਕੰਟਰੋਵਰਸੀ ਬਣੀ ਸੀ ਪਿਛਲੇ ਦਿਨਾਂ 'ਚ ਔਰ ਸੈਂਟਰ ਨੇ ਸਾਡਾ ਪੈਸਾ ਵੀ ਰੋਕਿਆ ਸੀ। ਸੋ ਉਹਦੇ ਤੇ ਵੀ ਪੰਜਾਬ ਦੀ ਸਰਕਾਰ ਨੇ, ਮਾਨ ਸਾਹਿਬ ਦੀ ਸਰਕਾਰ ਨੇ ਪੰਚਾਇਤੀ ਜਿਹੜਾ ਐਕਟ ਹੈ, ਰੂਰਲ ਡਿਵੈਲਪਮੈਂਟ ਐਕਟ ਹੈ 1987, ਉਹਦੇ 'ਚ ਅਮੈਂਡਮੈਂਟ ਕਰਕੇ ਇਹ ਵੀ ਰਸਤਾ ਜਿਹੜਾ ਹੈ ਸਾਫ਼ ਕਰ ਲਿਆ ਤਾਂ ਕਿ ਸਾਡਾ ਕੋਈ ਪੈਸਾ ਨਾ ਰੁਕੇ। ਔਰ ਇਸ ਪੈਸੇ ਦੇ ਨਾਲ ਪੰਜਾਬ ਦਾ ਪੇਂਡੂ ਵਿਕਾਸ, ਪੰਜਾਬ ਦਾ ਨੈਟਵਰਕ ਹੋਰ ਮਜ਼ਬੂਤ ਹੋਊਗਾ। ਔਰ ਇਹ ਜਿਹੜੇ ਸਾਰੇ ਅੱਜ ਫੈਸਲੇ ਲਏ ਆ ਮਾਨ ਸਾਹਿਬ ਦੀ ਸਰਕਾਰ ਨੇ, ਆਮ ਆਦਮੀ ਪਾਰਟੀ ਪੰਜਾਬ ਵੱਲੋਂ ਮਾਨ ਸਾਹਿਬ ਦੀ ਸਰਕਾਰ ਦਾ, ਮਾਨ ਸਾਹਿਬ ਦੀ ਕੈਬਨਿਟ ਦਾ ਅਸੀਂ ਧੰਨਵਾਦ ਕਰਦੇ ਹਾਂ। ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੀ ਮਾਨ ਦੀ ਸਰਕਾਰ ਪੰਜਾਬ ਨਾਲ ਹਰੇਕ ਉਹ ਵਾਅਦਾ ਜਿਹੜਾ ਅਸੀਂ ਇਲੈਕਸ਼ਨ ਦੇ ਦੌਰਾਨ ਕੀਤਾ ਸੀ ਔਰ ਆਉਣ ਵਾਲੇ ਟਾਈਮ 'ਚ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ 'ਚ, ਪੰਜਾਬ ਨੂੰ ਤਰੱਕੀਆਂ ਦੇ ਰਾਹ 'ਚ ਲੈ ਕੇ ਜਾਣ 'ਚ, ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ ਫੈਸਲੇ ਇਸੇ ਤਰ੍ਹਾਂ ਕਰਦੀ ਰਹੂਗੀ। ਸੋ ਮਾਨ ਸਾਹਿਬ ਦੀ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ। ਡਾਕਟਰ ਸੰਨੀ ਆਲੂਵਾਲੀਆ ਜੀ ਨੂੰ ਮੈਂ ਕਹੂੰਗਾ। ਦੇਖੋ, ਇਹਦੇ ਅੰਦਰ ਜਿਹੜੀ ਮਲਵਿੰਦਰ ਕੰਗ ਜੀ ਨੇ, ਸਾਡੇ ਨੀਲਗੜ੍ਹ ਜੀ ਸਰ ਨੇ ਦੱਸੀਆਂ ਦੋ ਗੱਲਾਂ, ਇਸ 'ਚ ਮੈਂ ਥੋੜਾ ਜਿਹਾ ਐਲੈਬੋਰੇਟ ਕਰਾਂਗਾ। ਜਿਹੜੀ ਸਾਡੀ TDF ਦੀ ਗੱਲ ਕੀਤੀ ਗਈ ਹੈ, RDF ਦੀ ਗੱਲ ਕੀਤੀ ਗਈ, ਰੂਰਲ ਡਿਵੈਲਪਮੈਂਟ ਫੰਡ ਦੀ, ਇਹ ਪਿਛਲੀਆਂ ਸਰਕਾਰਾਂ ਕੀ ਕਰਦੀਆਂ ਸੀ, ਇਸ ਫੰਡ ਨੂੰ ਸੈਂਟਰ ਤੋਂ ਆਉਂਦਾ ਸੀ ਡਾਇਵਰਟ ਕਰ ਦਿੰਦੀਆਂ ਸੀ। ਜਿਵੇਂ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ, ਇਹਨਾਂ ਨੇ ਘਰ ਘਰ ਜਾ ਕੇ ਜਿਹੜੇ ਪ੍ਰੋਗਰਾਮ ਕਰਦੇ ਸੀਗੇ, ਸੰਗਤ ਦਰਸ਼ਨ, ਉਸ ਦੇ ਉੱਤੇ ਡਾਇਵਰਟ ਕਰ ਦਿੰਦੇ ਸੀ।
ਜਿਹੜੀ ਕੈਪਟਨ ਸਾਹਿਬ ਦੀ ਸਰਕਾਰ ਸੀਗੀ, ਪੰਜਾਬ ਮੰਡੀ ਬੋਰਡ ਨੇ ਜਿਹੜੇ ਲੋਨ ਲਿੱਤੇ ਹੋਏ ਸੀ ਉਧਰਲੇ ਪਾਸੇ ਕਰਦੇ, ਜਿਹੜਾ ਪੈਸਾ ਸੈਂਟਰ ਤੋਂ ਆਉਂਦਾ ਸੀ ਮੰਡੀਆਂ ਨੂੰ ਸੁਧਾਰਨ ਲਈ, ਰੂਰਲ ਡਿਵੈਲਪਮੈਂਟ ਲਈ, ਉਹਨਾਂ ਨੂੰ ਇਹ ਦੋਨੋਂ ਸਰਕਾਰਾਂ ਚੇਂਜ ਕਰ ਦੇਣੀਆਂ। ਉਸ ਚੀਜ਼ ਨੂੰ ਦੇਖਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਕਿ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਅਮੈਂਡਮੈਂਟ ਕੀਤੀ ਹੈ ਉਹਦੇ ਅੰਦਰ, ਔਰ ਉਹਦੇ ਅਮੈਂਡਮੈਂਟ ਦੇ ਹੁਣ ਜਿਹੜਾ ਪੈਸਾ ਹੈ ਉਹ ਮੰਡੀਆਂ ਦਾ ਥੱਲੇ ਰੂਰਲ ਡਿਵੈਲਪਮੈਂਟ ਤੇ ਲੱਗੇਗਾ। ਇੱਕ ਦੂਜੀ ਗੱਲ ਜਿਹੜੀ ਗੱਲ ਕੀਤੀ ਗਈ ਹੈ ਵਾਟਰ ਐਂਡ ਸੈਨੀਟੇਸ਼ਨ ਦੀ, ਪੰਜਾਬ 'ਚ ਅੱਜ ਵੀ ਜਿਹੜਾ ਰੂਰਲ ਏਰੀਆ ਹੈ ਉਸ 'ਚ ਪੀਣ ਦੇ ਪਾਣੀ ਦੀ ਕਮੀ ਹੈਗੀ ਹੈ। ਉਸ ਚੀਜ਼ ਨੂੰ ਦੇਖਦੇ ਹੋਏ ਪੰਜਾਬ ਰੂਰਲ ਏਰੀਆ ਦੇ ਪਾਣੀ ਸਵੱਛ ਪਹੁੰਚਿਆ ਜਾਏ, ਉਹਦੇ ਲਈ ਨਵੀਆਂ ਵੈਕੈਂਸੀਆਂ ਵੀ ਨਿਕਲ ਗਿਆ, ਡਿਵੈਲਪਮੈਂਟ ਦੇ ਕੰਮ ਵੀ ਹੋਣਗੇ। ਨਹੀਂ ਜਿੱਥੇ ਵੀ ਪਾਈਪਲਾਈਨਸ ਪੈਣੀਆਂ ਨਵੀਆਂ, ਤਾਂ ਕਿ ਪਿੰਡਾਂ ਦੇ ਅੰਦਰ, ਕਿਉਂਕਿ ਪਾਣੀ ਦਾ ਹੱਕ ਹਰ ਇੱਕ ਲਈ ਹੈ, ਔਰ ਇੰਨੇ ਸਾਲ ਹੋ ਗਏ ਸਾਨੂੰ ਆਜ਼ਾਦੀ ਦੇ ਬਾਵਜੂਦ ਵੀ ਸਾਡੇ ਪਿੰਡਾਂ 'ਚ ਅੱਜ ਵੀ ਕਲੀਨ ਵਾਟਰ ਲੋਕਾਂ ਨੂੰ ਨਹੀਂ ਮਿਲ ਰਿਹਾ, ਔਰ ਉਹਦੇ ਤਹਿਤ ਅੱਜ 145 ਵੈਕੈਂਸੀਆਂ ਵੀ ਨਿਕਲੀਆਂ, ਔਰ ਉਹਦੇ ਲਈ ਨਵੀਆਂ ਲਾਈਨਾਂ ਪੈਣਗੀਆਂ ਤਾਂ ਕਿ ਪੰਜਾਬ ਰੂਰਲ ਦੇ ਅੰਦਰ ਪਾਣੀ ਦੀ ਵੀ ਹੋਵੇ। ਇਹੀ ਮੈਂ ਕਹਿਣਾ ਚਾਹੁੰਦਾ। ਤੁਹਾਡਾ ਕੋਈ ਸਵਾਲ? ਸਰ ਇਹ ਤੇ ਬਹੁਤ ਅੱਛੀ ਗੱਲ ਹੈ ਕਿ ਰੂਰਲ ਤੁਸੀਂ ਕਰ ਰਹੇ ਹੋ, ਪਾਣੀ ਦੀ ਪਾਈਪਾਂ ਲਗਾ ਰਹੇ ਹੋ। ਪੰਜਾਬ ਦੇ ਵਿੱਚ ਝੋਨੇ ਕਰਕੇ ਪਾਣੀ ਬੜਾ ਥੱਲੇ ਚਲਾ ਗਿਆ ਹੈ ਤੇ ਸਾਨੂੰ ਪਤਾ ਉਹਦੇ ਲਈ ਸਰਕਾਰ ਨੇ ਕੁਝ ਕਰ ਰਹੀ ਹੈ ਕਿ ਉਹਨੂੰ ਡਿਵਰਸੀਫਿਕੇਸ਼ਨ ਕੀਤਾ ਜਾਵੇ, ਕਿਸਾਨਾਂ ਨੂੰ ਦੂਜੀ ਫਸਲ ਦਿੱਤੀ ਜਾਵੇ, ਕਿ ਪਾਣੀ ਦੀ ਬਚਤ ਹੋਵੇ, ਕਿਸਾਨਾਂ ਨੂੰ ਫਾਇਦਾ ਹੋਵੇ। ਦੇਖੋ, ਜੇ ਚੋਣਾਂ ਦੇ ਵਿੱਚ ਵਾਤਾਵਰਣ ਦਾ ਮੁੱਦਾ ਸਭ ਤੋਂ ਪਹਿਲਾਂ ਉਠਾਇਆ ਸੀ ਤਾਂ ਆਮ ਆਦਮੀ ਪਾਰਟੀ ਨੇ ਉਠਾਇਆ ਸੀ ਕਿ ਅਸੀਂ ਸਮਝਦੇ ਹੈਗੇ ਕਿ ਪੰਜਾਬ ਦੇ ਵਿੱਚ ਜਿਹੜਾ ਵਾਤਾਵਰਣ, ਆਬੋ ਹਵਾ ਜਿਹੜੀ ਹੈ ਉਹ ਖਰਾਬ ਹੋਈ। ਉਹ ਝੋਨਾ ਹਾਲਾਂਕਿ ਸਾਡੀ ਫਸਲ ਨਹੀਂ ਹੈਗੀ, ਨੈਸ਼ਨਲ ਜਾਣੀ ਕਿ ਪੱਧਰ ਤੇ ਜ਼ਰੂਰਤ ਸੀ ਤਾਂ ਬੀਜਿਆ ਗਿਆ ਤੇ ਉਹਦੇ ਨਾਲ ਸਾਡਾ ਪਾਣੀ ਜਿਹੜਾ ਕਾਫੀ ਥੱਲੇ ਚਲਾ ਗਿਆ। ਲੇਕਿਨ ਪ੍ਰੋਬਲਮ ਕੀ ਰਹੀ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਸਰਕਾਰਾਂ ਸੀ, ਭਾਵੇਂ ਉਹ ਬਜਟ ਦੇ ਵਿੱਚ ਇਹ ਕਹਿੰਦੀਆਂ ਰਹੀਆਂ ਕਿ ਅਸੀਂ ਡਾਈਵਰਸੀਫਿਕੇਸ਼ਨ ਕਰਾਂਗੇ, ਪਰ ਉਸ ਤਰੀਕੇ ਦੀ ਮਾਰਕੀਟਿੰਗ ਜਿਹੜਾ ਨੈਟਵਰਕ ਸੀ ਤਾਂ ਕਿ ਜਿਹੜਾ ਕਿਸਾਨ ਦਾ, ਇਸੇ ਕਰਕੇ ਤਾਂ ਅਸੀਂ ਕਹਿੰਦੇ ਆ ਕਿ ਜਿਹੜੀਆਂ 23 ਦੀ 23 ਫਸਲਾਂ ਦੇ ਉੱਤੇ ਜਿਹੜਾ MSP ਹੈ ਉਹ ਕਿਸਾਨ ਨੂੰ ਮਿਲੇ ਤਾਂ ਕਿ ਕਿਸਾਨ ਜਿਹੜਾ ਹੈਗਾ ਡਾਈਵਰਸੀਫਿਕੇਸ਼ਨ ਵੱਲ ਵਧੇ, ਔਰ ਸਰਕਾਰਾਂ ਦੀ ਸਹਾਇਤਾ ਤੋਂ ਬਿਨਾਂ ਡਾਈਵਰਸੀਫਿਕੇਸ਼ਨ ਵੱਲ ਨਹੀਂ ਵਧਿਆ ਜਾ ਸਕਦਾ। ਔਰ ਆਮ ਆਦਮੀ ਪਾਰਟੀ ਇਸ ਪ੍ਰਤੀ ਕਮਿਟਡ ਹੈ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਪਾਸੇ ਵੱਲ ਵੀ ਸਾਡੇ ਵਧਦੇ ਹੋਏ ਕਦਮ देखोगे, बिल्कुल बनेंगे। बिजली पे बात कर रहे हैं, लगातार कट्स लग रहे हैं, 300 यूनिट फ्री की भी बात चल रही है, कैसे देखे आम आदमी पार्टी? क्योंकि लोग किसी न किसी जगह पे ये खबरें आ रही है कि कट बहुत लंबे चल रहे हैं। एक मेरे इससे जुड़ा सवाल है, विरोधी ये भी कह रहे हैं कि जब दिल्ली में सरकार बनी आम आदमी पार्टी की, उस समय पहली जो कैबिनेट मीटिंग थी उसमें फैसला लिया गया था कि वहाँ पे जो है बिजली मुफ्त की जाएगी, तो यहाँ पे वो फैसला कब लिया जाएगा? 300 यूनिट फ्री कब होंगे और बिजली के कट के ऊपर क्या? हिंदी देखो, आप सारे लोग जानते हैं कि गेहूं की कटाई का सीजन चल रहा है। गेहूं की कटाई के सीजन में किसानों से ही ये डिमांड रहती है कि बिजली जो है दिन में बंद रखी जाए, और इन बिटवीन हमने पिछले दिनों में देखा है मोगा में, फाजिलका में और कई जगह, इवन माझे में भी 1-2 जगह बहुत बड़े इंसिडेंट हुए जिसमें बिजली के कारण फसल को आग लगी, जिसमें बहुत किसान का हजारों रुपए का नुकसान हुआ है। कई एकड़ साड़ी जो हमारी फसल है वो जल गई। सो ये जो बिजली दिन में बंद रखी जा रही है, ये ऑन डिमांड है फार्मर्स की, कि ताकि जब तक कटाई का पूरा सीजन खत्म ना हो जाए तब तक बिजली दिन में कम से कम बंद रखी जाए ताकि फसल को नुकसान हो। 300 यूनिट के ऊपर क्या कहना, जो कट लग रहे हैं शहरों में उसके ऊपर आप क्या कहना? नहीं, जहां तक 300 यूनिट का संबंध है, आम आदमी पार्टी के नेशनल सुप्रीमो अरविंद केजरीवाल जी ने पंजाब में आके लोगों को ये गारंटी दी थी, और आप भरोसा रखिए ये सबसे पहली गारंटी थी और सबसे पहले इसको पूरा करेंगे, और जितना आप सोच रहे हो उससे भी पहले करेंगे। और जो शहरों में कट लग रहे हैं उसके लिए हम बेसिक, हमारे पिछले दिनी जो हमारे बिजली मंत्री थे वो नेशनल कोला मंत्री को और बिजली मंत्री को मिलके आए हैं। जो कोयले की प्रॉब्लम थी उन्होंने उनको श्योरिटी दी है कि कोयले की प्रॉब्लम नहीं रहेगी, और हम उम्मीद कर सकते हैं आने वाले दिनों में ये कट से हमारे को निजात मिलेगी। कोयले की दिक्कत करके ये बिजली के कट लग रहे हैं? नहीं, कोयले की शॉर्टेज थी जैसे सुनने में आ रहा था, तो इसीलिए जो हमारे जो मंत्री हैं, बिजली मंत्री, वो नेशनल जो बिजली मंत्री हैं उनको मिलके आए हैं, और कोयला मंत्री ताकि पैडी सीजन प्रॉब्लम ना आए किसानों को, और सभी प्रिपरेशन चल रही है। 145 जो पोस्ट निकाली है, जो डायरेक्ट रिक्रूटमेंट है, उसका क्या प्रोसीजर, कैसे? ये जहां तक इनकी रिक्रूटमेंट का संबंध है, वो जो डिपार्टमेंट है वो अगले कुछ दिनों में उसकी जो नोटिफिकेशन जारी कर देगा, और पूरा
जो प्रोसीजर है वो सारा पब्लिक कर दिया जाएगा। सांसद एक और सवाल है, पिछले 2-3 दिन में लगातार देख रहे हैं कि गवर्नर साहब अकेले जाके बॉर्डर में मीटिंग्स ले रहे हैं, लॉ एंड ऑर्डर की सिचुएशन देख रहे हैं, जबकि ये स्टेट का सब्जेक्ट है। तो आप आम आदमी पार्टी के तौर पे कैसे देखते हैं? देखो, ना तो ऑनरेबल गवर्नर साहब ने मुख्यमंत्री जी के अधिकार क्षेत्र में दखलंदाजी दी है, ना मुख्यमंत्री जी ने उनके अधिकार क्षेत्र में दखलंदाजी। लेकिन इससे हम लोग मुनकर नहीं हो सकते कि गवर्नर साहब भी एक संवैधानिक पोस्ट पे हैं, हमारे सत्कारित हैं, महामहिम हैं, और गवर्नर साहब हमारे जो एजुकेशन इंस्टीट्यूट होते हैं, चाहे यूनिवर्सिटी हो, उसके चांसलर भी होते हैं। तो मुझे लगता है ये हेल्दी परंपरा, अगर वाइस जो हमारे गवर्नर साहब हैं, ऑनरेबल गवर्नर, अगर पंजाब के लोगों से रास्ता बना रहे, सुख दुख उनका सुनने जा रहे हैं, पंजाब के गांव में जा रहे हैं, तो मुझे लगता है इसको खामखा इशू नहीं बनाना चाहिए, बल्कि जो सरकार और संवैधानिक मुखिया की लोगों के प्रति जिम्मेवारी है, उसके प्रति संजीदगी के तरह देखना चाहिए। और गवर्नर साहब पंजाब के गवर्नर हैं, कोई दूसरे सूबे के गवर्नर तो नहीं, वो हमारे गवर्नर है। तो इसमें अधिकार क्षेत्र में तो कोई इंटरफेरेंस नहीं है मुख्यमंत्री जी के, तो खाम का इशू नहीं। विरोधी सवाल चुक रहे हैं कि आम आदमी पार्टी रिएक्ट क्यों नहीं करी इस मुद्दे पे? जो दिल्ली ਦੇ ਹੁੰਦੇ ਉੱਥੇ ਐਲਜੀ ਕੁਝ ਕਰਦੇ ਸੀ, ਉਸ ਸਮੇਂ ਉਸੇ ਟਾਈਮ ਸਵਾਲ ਚੁੱਕੇ ਜਾਂਦੇ ਸੀ। ਨਹੀਂ मैंने ਤੁਸੀਂ ਪੰਜਾਬੀ ਚ ਕਹਿਣਾ ਨਾ, ਮੈਂ ਪੰਜਾਬੀ ਚ ਇਹਨੂੰ ਫਿਰ देखो ਗੱਲ ਇਹ ਹੈ, मैंने क्या कहा कि मानयोग गवर्नर साहब अधिकार क्षेत्र में मुख्यमंत्री जी के इंटरफेरेंस तो नहीं ना कर रहे। अगर वो लोगों को मिलने जुलने जाते हैं, हमारे इंस्टीट्यूशन एजुकेशन इंस्टीट्यूट में विजिट करने जाते हैं, बॉर्डर एरियाज के लोगों के हालचाल सुनने जाते हैं, देखने जाते हैं, तो मुझे लगता है इस पे भी खाम खा इशू नहीं बनाना चाहिए। हाँ, दिल्ली में तो सीधा सीधा दखलंदाजी थी मुख्यमंत्री जी के अधिकार क्षेत्र में, इसलिए हमारे को, और इवन आपने देखा है उसके बाद जिस तरीके के मुख्यमंत्री जी को बाईपास करके फाइलें एलजी के पास जाती थी, ये पूरा एक डिफरेंट इशू है पंजाब में। पर आपको लगता नहीं कोई पॉलिटिक्स है इसके पीछे? क्योंकि वो कह रहे हैं तालमेल भी नहीं है। आपको लगता है कोई पॉलिटिक्स है इसके पीछे? नहीं, मैं मैनू नहीं लगता है। आरडीएफ को लेकर के क्या कहेंगे? 1100 करोड़ रुपया केंद्र ने रोका हुआ था, आज कैबिनेट की मीटिंग में जो रूरल डेवलपमेंट फंड्स हैं वो डायरेक्ट रूरल डेवलपमेंट के लिए इस्तेमाल किए जा रहे हैं। आम आदमी पार्टी, देखो, आम आदमी पार्टी और मान साहब की सरकार ने आज एक अहम फैसला ये लिया, और हमने बताया आपके आने से पहले, और हमने वेलकम किया मान साहब की सरकार का, कि पंचायत और पंजाब रूरल डेवलपमेंट एक्ट 1987, जिसकी तहत रूरल डेवलपमेंट फंड जो हमारे पेंडू क्षेत्र हैं, गांव एरिया है, उस देहात एरिया है, उसकी डेवलपमेंट के लिए पैसा आता था, पिछले सालों में सरकारों ने उसको डाइवर्ट करके और कहीं खर्च किया, तो इसलिए हमारा पैसा रुका हुआ है सेंटर के पास। तो आज मान साहब की सरकार ने इसमें अमेंडमेंट की है, पर्टिकुलर जो फंड जिस कोटे के लिए आएगा, या जिस डिपार्टमेंट के लिए आएगा, या जिस चीज के लिए खर्च करने के लिए आएगा, वहीं खर्च किया जाए। सर, एक ओपोजिशन पार्टियां ये बहुत कह रही है, कल भी आपने कि मीटिंग जो हुई है केजरीवाल जी के साथ, वो संवैधानिक नहीं है, असंवैधानिक है। देखो, मेरा अपोजिशन वालों से एक ही आग्रह है आपके माध्यम से, अपोजिशन चाहे कांग्रेस हो, भाजपा हो, अकाली दल हो, अगर पंजाब सरकार का कोई एमएलए, पंजाब आम आदमी पार्टी का कोई लीडर कोई करप्शन कर रहा है, कोई इलीगल एक्टिविटी कर रहा है, उसके सबूत दे, हम कार्रवाई करेंगे। हमने जो पिछली परंपराएं उसको खत्म किया है, पंजाब की बेहतरी के लिए, पंजाब की बेहतरी के लिए जहां से भी हमको कोई आइडिया अच्छा मिलेगा उसको अडॉप्ट करेंगे। और दिल्ली के मुख्यमंत्री जी ने अगर इनफॉर्मल मीटिंग में पंजाब के लोगों की बेहतरी के लिए कोई गाइडेंस दी है, तो मुझे लगता है इसका स्वागत भी होना चाहिए। और पुराने चीफ सेक्रेटरी सर्वेश कौशल जी ने भी आज इस पर एक ट्वीट किया है कि पुराने समय में भी चाहे ब्यूरोक्रेसी हो, चाहे हमारे मेंबर पार्लियामेंट हो, मेंबर लेजिस्लेटिव हो, कारपोरेटर हो, स्टडी टूर के लिए हमको दूसरे सूबों में और दूसरे मुल्कों में भेजते थे। तो दिल्ली में तो केजरीवाल जी ने करके दिखाया बिजली वाले इश्यूज पे काम, एजुकेशन वाले इश्यूज पे, और मुख्यमंत्री जी मान साहब बार बार ये बात कहते हैं कि हमको कोई अच्छा सुझाव, अच्छा मॉडल चाहे हमारे अपोजिशन की सरकारें भी देंगी, अगर पंजाब के लोगों की बेहतरी के लिए होगा तो हम उसको जरूर अडॉप्ट करेंगे। इसमें किसी तरह की हो हल्ला या ऐतराज करने की जरूरत नहीं। लेकिन ये ना तो अनकॉन्स्टिट्यूशनल है,
ना इलीगल है, ना किसी तरीके की वायलेशन या प्रोटोकॉल में वायलेशन हुई।